Hello my dear students, this is Kiran Matharu, your online teacher. How are you all? Hope you all are fine. As you know that we have already covered 2 chapters and I have got a good response from you people, and today we are going to start our next chapter, that is lesson number 3, the lake of the moon. ठीक है? हाँ जी, lake ਦਾ मतलब पता ਕੀ ਹੁੰਦਾ? ਝੀਲ। ਤੇ ਮੂਨ ਤਾਂ ਪਤਾ ਹੀ ਆ, ਚੰਦਰਮਾ ਹੈ ਨਾ। ਚਲੋ ਹੁਣ ਆਪਾਂ ਲੈਸਨ ਦੇਖਦੇ ਹਾਂ। ਸਭ ਤੋਂ ਪਹਿਲਾਂ ਆ ਗਏ ਤੁਹਾਡੀ ਪ੍ਰੀ ਰੀਡਿੰਗ, ਡਿਕਸ਼ਨਰੀ ਰੈਫਰੈਂਸ, ਲਰਨਿੰਗ ਨਿਊ ਵਰਡਸ, ਐਕਟੀਵਿਟੀ 1। ਸੇਮ ਉਹੀ ਐਕਟੀਵਿਟੀ ਜਿਹੜੀ ਆਪਾਂ ਪਿਛਲੇ ਦੋਨਾਂ ਲੈਸਨਸ ਦੇ ਵਿੱਚ ਕੀਤੀ ਸੀ, ਹੈ ਨਾ, ਦੇਖੀ ਸੀ ਨਾ ਤੁਸੀਂ, ਉਹੀ ਸੇਮ ਹੈਗੀ ਇਹਦੇ 'ਚ ਵੀ। ਕਿ ਇਹਦੇ 'ਚ ਤੁਸੀਂ ਕੀ ਕਰਨਾ, ਲੁੱਕ ਅਪ ਦਾ ਫੋਲੋਇੰਗ ਵਰਡਸ ਇਨ ਅ ਡਿਕਸ਼ਨਰੀ ਦੇ ਵਿੱਚੋਂ ਨੀਚੇ ਲਿਖੇ ਜਿਹੜੇ ਆਹ ਵਰਡਸ ਆ ਇਹ ਲੱਭਣੇ ਆ। ਯੂ ਸ਼ੁੱਡ ਸੀਕ ਦਾ ਫੋਲੋਇੰਗ ਇਨਫੋਰਮੇਸ਼ਨ ਅਬਾਊਟ ਦਾ ਵਰਡਸ ਐਂਡ ਪੁੱਟ them ਇਨ ਯੂਰ ਵਰਡਸ ਨੋਟਬੁੱਕ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਮੀਨਿੰਗਸ ਆ ਉਹ ਨੋਟ ਕਰਨੇ ਆ। ਠੀਕ ਹੈ, ਲੈਸਨ ਦੇ ਵਿੱਚ ਜਿਹੜੇ ਵਰਡਸ ਆਏ ਆ ਉਹਨਾਂ ਦੇ ਮੀਨਿੰਗ ਨੋਟ ਕਰਨੇ ਆ। ਅਤੇ ਨਾਲ ਹੀ ਤੁਸੀਂ ਲਿਖਣਾ ਕਿ ਉਹ ਜਿਹੜਾ ਵਰਡ ਆ ਕਿ ਉਹ ਐਡਜੈਕਟਿਵ ਆ ਜਾਂ ਨਾਊਨ ਆ ਜਾਂ ਵਰਬ ਆ। ਉਸ ਤੋਂ ਬਾਅਦ ਤੁਸੀਂ ਕੀ ਚੈੱਕ ਰੱਖਣੇ ਆ, ਪ੍ਰੋਨਾਂਸੀਏਸ਼ਨ ਦਾ ਮਤਲਬ ਹੁੰਦਾ ਕਿ ਆਪਾਂ ਕਿਸੇ ਵਰਡ ਨੂੰ ਬੋਲਣਾ ਕਿਸ ਤਰੀਕੇ ਦੇ ਨਾਲ ਆ। ਠੀਕ ਹੈ, ਅਤੇ ਨੈਕਸਟ ਆ ਗਿਆ ਸਪੈਲਿੰਗਸ। ਫਿਰ ਇਹਦੇ ਨਾਲ ਤੁਸੀਂ ਸਪੈਲਿੰਗ ਜਿਹੜੇ ਆ ਉਹ ਵੀ ਯਾਦ ਕਰਨੇ ਆ। ਠੀਕ ਹੈ, ਚਲੋ ਇੱਕ ਵਾਰੀ ਆਪਾਂ ਜਿਹੜੇ ਵਰਡਸ ਮੀਨਿੰਗ ਇਹਨਾਂ ਦੀ ਪੰਜਾਬੀ ਲਿਖ ਲਈਏ। ਠੀਕ ਹੈ, ਆਪਣੀ ਨੋਟਬੁੱਕ ਅਤੇ ਪੈਨ ਨਾਲ ਹੀ ਹੈ ਨਾ ਤੁਹਾਡੇ ਕੋਲ? ਓਕੇ, ਉਹ ਤੁਸੀਂ ਨਾਲ ਹੀ ਰੱਖੋ। ਹਾਂਜੀ, ਚਲੋ ਹੁਣ ਆਪਾਂ ਇਹਦੇ ਵਰਡ ਮੀਨਿੰਗ ਪਹਿਲਾਂ ਕਰ ਲੈਂਦੇ ਹਾਂ, ਇਹਨਾਂ ਦੀ ਪੰਜਾਬੀ ਲਿਖ ਲੈਂਦੇ ਆਪਾਂ। ਅਤੇ ਦੇਖੋ ਤੁਸੀਂ, ਹਾਂਜੀ, ਹੁਣ ਸਭ ਤੋਂ ਪਹਿਲਾਂ ਕੀ ਹੈ ਵਰਡ ਮੈਜੈਸਟਿਕ। ਹਾਂਜੀ, ਮੈਜੈਸਟਿਕ ਦਾ ਮੀਨਿੰਗ ਆ ਦੇਖੋ, ਇਹਦਾ ਮਤਲਬ ਹੁੰਦਾ ਸ਼ਾਨਦਾਰ। ਠੀਕ ਹੈ, ਨੈਕਸਟ ਆ ਗਿਆ ਟਸਕਰ। ਟਸਕਰ ਦਾ ਮਤਲਬ ਹੁੰਦਾ ਵੱਡੇ ਵੱਡੇ ਦੰਦਾਂ ਵਾਲਾ। ਠੀਕ ਹੈ, ਜਿਸ ਤਰ੍ਹਾਂ ਹਾਥੀ ਦੇ ਹੁੰਦੇ ਆ ਨਾ ਵੱਡੇ ਵੱਡੇ ਦੰਦ, ਉਹਨੂੰ ਆਪਾਂ ਟਸਕਰ ਕਹਿ ਦਿੰਦੇ ਹਾਂ। ਹਾਂਜੀ, ਨੈਕਸਟ ਆ ਗਿਆ ਵਰਡ ਸਵੇਅਰ। ਸਵੇਅਰ ਦਾ ਮਤਲਬ ਹੁੰਦਾ ਗੰਭੀਰ। ਠੀਕ ਹੈ, ਨੈਕਸਟ ਦੇਖੋ, ਨੈਕਸਟ ਹੈਗਾ ਡਰੌਟ। ਡਰੌਟ ਦਾ ਮਤਲਬ ਹੁੰਦਾ ਸੋਕਾ। ਸੋਕਾ ਪਤਾ ਨਾ ਕੀ ਹੁੰਦਾ? ਜਦੋਂ ਬਾਰਿਸ਼ ਬਿਲਕੁਲ ਨਹੀਂ ਹੁੰਦੀ ਹੈ ਨਾ, ਤਾਂ ਫਿਰ ਆਪਾਂ ਕਹਿ ਦਿੰਦੇ ਵੀ ਸੋਕਾ ਪੈ ਗਿਆ ਕਿਉਂਕਿ ਮੀਂਹ ਨਹੀਂ ਪਿਆ, ਹੈ ਨਾ। ਡਰੌਟ ਨੂੰ ਕਹਿ ਦਿੰਦੇ ਸੋਕਾ। ਹਾਂਜੀ, ਨੈਕਸਟ ਆ ਗਿਆ ਪ੍ਰੀਵੈਂਟ। ਪ੍ਰੀਵੈਂਟ ਦਾ ਮਤਲਬ ਹੁੰਦਾ ਰੋਕਣਾ। ਠੀਕ ਹੈ, ਅਤੇ ਨੈਕਸਟ ਆ ਗਿਆ ਮੈਸੇਂਜਰ। ਮੈਸੇਂਜਰ ਦਾ ਮਤਲਬ ਜਿਹੜਾ ਤੁਹਾਨੂੰ ਸੁਨੇਹਾ ਦਿੰਦਾ ਕੋਈ, ਹੈ ਨਾ, ਸੁਨੇਹਾ ਦੇਣ ਵਾਲਾ, ਉਹਨੂੰ ਆਪਾਂ ਮੈਸੇਂਜਰ ਕਹਿ ਦਿੰਦੇ ਹਾਂ। ਨੈਕਸਟ ਆ ਗਿਆ ਰਿਫਲੈਕਟ। ਰਿਫਲੈਕਟ ਦਾ ਮਤਲਬ ਝਲਕ ਕਿਸੇ ਚੀਜ਼ ਦੀ। ਅੱਗੇ ਆ ਗਿਆ ਪ੍ਰੋਟੈਕਸ਼ਨ। ਪ੍ਰੋਟੈਕਸ਼ਨ ਦਾ ਮਤਲਬ ਸੁਰੱਖਿਆ। ਨੈਕਸਟ ਇਜ਼ ਡਿਸਟਰਬ। ਹਾਂਜੀ, ਡਿਸਟਰਬ ਦਾ ਮਤਲਬ ਤਾਂ ਪਤਾ ਹੀ ਹੈ ਨਾ, ਪਰੇਸ਼ਾਨ ਕਰਨਾ। ਅੱਗੇ ਆ ਗਿਆ ਟੂ ਐਂਡ ਫਰੋ। ਲਾਸਟ ਵਰਡ ਦੇਖੋ, ਟੂ ਐਂਡ ਫਰੋ। ਹਾਂਜੀ, ਟੂ ਐਂਡ ਫਰੋ ਜਿਹੜਾ ਇਹਦਾ ਮਤਲਬ ਕੀ ਹੁੰਦਾ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਅਤੇ ਵਾਪਸ ਉੱਥੇ ਹੀ ਆ ਜਾਣਾ। ਠੀਕ ਹੈ, ਅਤੇ ਇਹ ਸੀਗੇ ਤੁਹਾਡੇ ਡਿਫੀਕਲਟ ਵਰਡਸ। ਹੁਣ ਆਪਾਂ ਸਟੋਰੀ ਰੀਡ ਕਰਦੇ ਹਾਂ ਜੀ। ਠੀਕ ਹੈ, ਧਿਆਨ ਨਾਲ ਸੁਣਨੀ ਸਟੋਰੀ। ਹਾਂਜੀ, ਲੈਟ ਅਸ ਰੀਡ ਦ ਸਟੋਰੀ। ਵੰਸ ਅਪੋਨ ਅ ਟਾਈਮ ਅ ਲਾਰਜ ਹਰਡ ਆਫ ਐਲੀਫੈਂਟਸ ਲਿਵਡ ਇਨ ਅ ਜੰਗਲ। ਕਹਿੰਦਾ ਕਿ ਇੱਕ ਵਾਰ ਦੀ ਗੱਲ ਆ, ਅਤੇ ਇੱਕ ਜਿਹੜੇ ਹਾਥੀਆਂ ਦਾ ਝੁੰਡ ਸੀ ਉਹ ਇੱਕ ਜੰਗਲ ਵਿੱਚ ਰਹਿੰਦਾ ਸੀ। ਠੀਕ ਹੈ, ਹਰਡ ਆਫ ਐਲੀਫੈਂਟਸ ਦਾ ਮਤਲਬ ਹੁੰਦਾ ਬਹੁਤ ਸਾਰੇ ਹਾਥੀ, ਹੈ ਨਾ, ਹਾਥੀਆਂ ਦਾ ਝੁੰਡ। ਦੇਅਰ ਕਿੰਗ ਵਾਜ਼ ਅ ਹਿਊਜ ਮੈਜੈਸਟਿਕ ਟਸਕਰ। ਅਤੇ ਕਹਿੰਦੇ ਜਿਹੜਾ ਉਹਨਾਂ ਦਾ ਰਾਜਾ ਸੀਗਾ, ਹਾਥੀਆਂ ਦਾ ਰਾਜਾ, ਉਹ ਇੱਕ ਬਹੁਤ ਵੱਡਾ, ਹੈ ਨਾ, ਵੱਡੇ ਵੱਡੇ ਦੰਦਾਂ ਵਾਲਾ, ਟਸਕਰ ਨੂੰ ਦੱਸਿਆ ਸੀ ਨਾ, ਸ਼ਾਨਦਾਰ ਮਤਲਬ ਇੱਕ ਵੱਡੇ ਵੱਡੇ ਦੰਦਾਂ ਵਾਲਾ ਸੀਗਾ। ਅਤੇ ਹੂ ਲਵਡ ਹਿਜ਼ ਹਰਡ, ਅਤੇ ਜਿਹੜਾ ਕਿ ਆਪਣੇ ਝੁੰਡ ਨੂੰ ਬਹੁਤ ਪਿਆਰ ਕਰਦਾ ਸੀ। ਠੀਕ ਹੈ, ਹਰਡ ਦਾ ਮਤਲਬ ਹਾਥੀਆਂ ਦਾ ਝੁੰਡ, ਉਹਨੂੰ ਉਹ ਬਹੁਤ ਪਿਆਰ ਕਰਦਾ ਸੀ। ਨੈਕਸਟ ਆ ਜਾਓ, ਅ ਸਵੀਅਰ ਡਰੌਟ ਹਿੱਟ ਦ ਏਰੀਆ। ਫਿਰ ਇੱਕ ਵਾਰੀ ਕੀ ਹੋਇਆ, ਉਹਨਾਂ ਦੇ ਏਰੀਆ ਦੇ ਵਿੱਚ, ਉਹਨਾਂ ਦੇ ਇਲਾਕੇ ਦੇ ਵਿੱਚ ਨਾ ਬਹੁਤ ਜ਼ਿਆਦਾ ਸੋਕਾ ਪੈ ਜਾਂਦਾ। ਠੀਕ ਹੈ, ਡਰੌਟ ਦਾ ਮਤਲਬ ਸੋਕਾ। ਹਾਂਜੀ, ਦੇਅਰ ਵਾਜ਼ ਨੋ ਰੇਨ ਫॉर ਸਮ ਈਅਰਸ। ਅਤੇ ਕੁਝ ਕੁ ਸਾਲਾਂ ਤੱਕ ਉੱਥੇ ਬਿਲਕੁਲ ਵੀ ਬਾਰਿਸ਼ ਨਹੀਂ ਹੋਈ।
ऑल द रिवर्स एंड पॉन्ड्स ड्राइड अप, ते जिन्नियां भी नदियां सी है ना, रिवर्स ते पौंड सीगे जिहड़े तलाब वगैरह, वो सारे सुक गए। बर्ड्स एंड एनीमल्स स्टार्टेड डाइंग ऑफ थर्स्ट, ते जिहड़े भी पशु पंछी सीगे है ना, वो सारे प्यास दे नाल मरन लगे। ठीक है, जिन्ने भी उत्थे रहिंदे सी जंगल च। द वाइल्ड एलीफेंट सफर्ड ड्यू टू लैक ऑफ वाटर, हुण जिहड़े जंगली हाथी सी, सफर्ड का मतलब हुंदा सहन किया। ठीक है, उन्होंने भी फिर सहन करना पिया उदों जदों पानी की कमी हो गई है ना, लैक ऑफ वाटर, पानी की कमी हो गई जदों, तो उन्होंने भी उस चीज़ को सहन करना पिया। द किंग ऑफ एलीफेंट्स अंडरस्टूड दैट मैनी ऑफ दैम वुड डाई ऑफ थर्स्ट इफ दे डिड नॉट गैट वाटर सून। फिर जिहड़ा मतलब हाथियों का राजा सी ना, उन्होंने समझ आ गई सी ये गल, कहंदा कि जे कुछ हुण छेती ना होया, मतलब ना सानू पानी मिलिया कितों, तो जिहड़े बहुत सारे मेरे हाथी आ वो प्यास दे नाल ही मर जाणगे है ना। ही हैड टू फाइंड वाटर फॉर हिज हर्ड एज क्विकली एज पॉसीबल, तो वो चाहता सीगा कि जिन्नी छेती हो सके उहदे हाथियों के वास्ते, उहदे झुंड के वास्ते कितों ना किते पानी जिहड़ा वो मिल जाए। ही टोल्ड द एलीफेंट्स टू गो इन डिफरेंट डायरैक्शनस टू लुक फॉर वाटर, तो फिर उन्हें कहा अपने जिहड़े बाकी हाथी सी है ना, उन्होंने कहा, उन्हें कहंदा तुसीं इदां करो भी पानी नूं लभो, पानी की तलाश दे विच भी अलग अलग डायरैक्शन च जाओ, डायरैक्शनस हुंदियां दिशावां, कहंदा अलग अलग दिशावां च जाओ तो पानी नूं लभो कितों। हाँ जी, अगे देखते हैं। आ देखो कितनी ब्यूटीफुल पिक्चर है ना ये। आ देखो उपर आ गया मून है ना, तो आ नीचे देखो लेक भी आ, बहुत वधिया है ना, यही है इहदी लेक है ये मून दी, वधिया पिक्चर है ना। देखो चलो अगे आ जाओ। हाँ जी, वन ऑफ दैम फाउंड अ लार्ज लेक फुल ऑफ वाटर इन अनदर जंगल फार अवे, तो उन्होंने विचों एक जिहड़ा सी उन्होंने जिहड़ा दूर जंगल सीगा एक है ना, एक जंगल दे विचों उन्होंने एक भरे पानी की झील जिहड़ी सी वो लभ गई। ठीक है, द किंग वॉज हैप्पी, फिर जो राजे नूं पता लग्या भी पानी लभ गया आपां नूं है ना, झील लभ गई पानी की, फिर वो बड़ा खुश होया। ही ऑर्डर्ड ऑल द एलीफेंट्स टू स्टार्ट मूविंग टूवर्ड्स द लेक, तो फिर उन्हें ऑर्डर दिता, उन्हें हुक्म दिता सारे अपने हाथियों नूं, कहंदा हुण चलो सारे जाने ना उत्थे झील ते पहुँचो, उत्थे जाओ, कहंदा उधर नूं जाना शुरू कर दो हुण। इट वॉज अ ब्यूटीफुल लेक, जिहड़ी ये झील सी ना वो बहुत सुंदर सी। हाउएवर क्लोज टू द लेक वॉज अ कॉलोनी ऑफ रैबिट्स। हाँ जी, कहंदा पर जिहड़ा ये लेक सीगी जिथे है ना, ਉਹਦੇ ਉੱਥੇ ਕੋਲ ਹੀ ਸੀਗੀ ਕਲੋਨੀ ਆਫ ਰੈਬਿਟਸ, ਦਾ मतलब ਉੱਥੇ ਬਹੁਤ ਸਾਰੇ ਖਰਗੋਸ਼ ਵੀ ਰਹਿੰਦੇ ਸੀ ਝੀਲ ਦੇ ਕੋਲ। ਠੀਕ ਹੈ, ਝੀਲ ਦੇ ਨੇੜੇ ਬਹੁਤ ਸਾਰੇ ਖਰਗੋਸ਼ ਸੀਗੇ। ਦ ਐਲੀਫੈਂਟਸ ਹੈਡ ਟੂ ਪਾਸ ਥਰੂ ਦੈਟ ਕਲੋਨੀ, ਹੁਣ ਜੇ ਐਲੀਫੈਂਟਸ ਜਿਹੜੇ ਸੀਗੇ ਜਦੋਂ ਉਹਨਾਂ ਨੇ ਉੱਥੇ ਤੱਕ ਪਹੁੰਚਣਾ ਸੀ ਲੇਕ ਤੱਕ, ਤਾਂ ਉਹਨਾਂ ਨੂੰ ਜਿਹੜੇ ਰੈਬਿਟਸ ਦੀ ਕਲੋਨੀ ਸੀ, ਮਤਲਬ ਜਿੱਥੇ ਬਹੁਤ ਸਾਰੇ ਖਰਗੋਸ਼ ਸੀ, ਉਹ ਏਰੀਆ ਨੂੰ ਪਾਰ ਕਰਕੇ ਜਾਣਾ ਪੈਣਾ ਸੀ ਜਿੱਥੇ ਉਹ ਰਹਿੰਦੇ ਸੀਗੇ ਹੈ ਨਾ। Thousands of rabbits were crushed to death and thousands more were injured। ਤੇ ਫਿਰ ਕੀ ਹੋਇਆ, ਜਦੋਂ ਸਾਰੇ ਐਲੀਫੈਂਟਸ ਜਿਹੜੇ ਸੀਗੇ ਉਹ ਲੇਕ 'ਤੇ ਜਾਣ ਲਈ ਉਸ ਰਸਤੇ ਦੇ ਵਿੱਚੋਂ ਦੀ ਕ੍ਰੋਸ ਕੀਤਾ ਉਹਨਾਂ ਨੇ, ਤਾਂ ਹਜ਼ਾਰਾਂ ਹੀ ਖਰਗੋਸ਼ ਜਿਹੜੇ ਸੀ ਨਾ ਵਿਚਾਰੇ ਨੀਚੇ ਆ ਜਾਂਦੇ ਉਹਨਾਂ ਦੇ ਪੈਰਾਂ ਦੇ, ਅਤੇ ਉਹ ਕੁਚਲ ਦਿੰਦੇ ਉਹਨਾਂ ਨੂੰ, ਅਤੇ ਉਹ ਮਰ ਜਾਂਦੇ ਆ। ਅਤੇ ਹਜ਼ਾਰਾਂ ਹੀ ਹੋਰ ਜਿਹੜੇ ਹੁੰਦੇ ਆ ਇੰਜਰਡ ਦਾ ਮਤਲਬ ਜ਼ਖਮੀ ਹੋ ਜਾਂਦੇ ਆ ਹੈ ਨਾ, ਅਤੇ ਹੋਰ ਹਜ਼ਾਰਾਂ ਹੀ ਉਹਨਾਂ 'ਚੋਂ ਜ਼ਖਮੀ ਵੀ ਹੋ ਜਾਂਦੇ ਆ। ਦ ਰੈਬਿਟ ਵਰ ਇਨ ਅ ਸਟੇਟ ਆਫ ਪੈਨਿਕ, ਪੈਨਿਕ ਹੁੰਦਾ ਦੁੱਖ, ਜਦੋਂ ਉਹਨਾਂ ਦੇ ਬਹੁਤ ਸਾਰੇ ਰੈਬਿਟਸ ਜਿਹੜੇ ਹੁੰਦੇ ਖਰਗੋਸ਼ ਉਹ ਮਰ ਜਾਂਦੇ ਨਾ, ਅਤੇ ਜਿਹੜੇ ਬਾਕੀ ਦੇ ਹੁੰਦੇ ਉਹ ਸਾਰੇ ਵਿਚਾਰੇ ਵੀ ਦੁਖੀ ਹੋ ਜਾਂਦੇ ਆ ਵੀ ਸਾਡੇ ਇੰਨੇ ਜ਼ਿਆਦਾ ਜਿਹੜੇ ਸਾਥੀ ਸੀ ਉਹ ਮਰ ਗਏ ਅਤੇ ਇੰਨੇ ਜ਼ਿਆਦਾ ਜਿਹੜੇ ਉਹ ਜ਼ਖਮੀ ਹੋ ਗਏ ਹੈ ਨਾ। ਦ ਕਿੰਗ ਕਾਲਡ ਅ ਮੀਟਿੰਗ, ਹੁਣ ਉਹਨਾਂ ਦਾ ਵੀ ਇੱਕ ਰਾਜਾ ਸੀ ਹੈ ਨਾ, ਜਿਹੜੇ ਖਰਗੋਸ਼ ਸੀ ਉਹਨਾਂ ਦਾ ਵੀ ਇੱਕ ਰਾਜਾ ਸੀਗਾ, ਅਤੇ ਉਹਨੇ ਇੱਕ ਫਿਰ ਮੀਟਿੰਗ ਬੁਲਾਈ ਉਹਨਾਂ ਦੇ ਰਾਜੇ ਨੇ। ਅਤੇ ਅ ਹਰਡ ਆਫ ਵਾਈਲਡ ਐਲੀਫੈਂਟਸ ਇਜ਼ ਪਾਸਿੰਗ ਥਰੂ ਆਰ ਕਲੋਨੀ ਹੀ ਸੈਡ, ਅਤੇ ਫਿਰ ਰਾਜੇ ਨੇ ਜਦੋਂ ਮੀਟਿੰਗ ਸੱਦੀ ਹੈ ਨਾ, ਉਹ ਕਹਿੰਦਾ ਕਿ ਜੰਗਲੀ ਜਿਹੜੇ ਹਾਥੀ ਆ ਉਹਨਾਂ ਦਾ ਝੁੰਡ ਆਪਣੇ ਵਿੱਚੋਂ ਦੀ ਇੱਥੋਂ ਦੀ ਕ੍ਰੋਸ ਕਰਕੇ ਗਿਆ ਆ
ਲੰਘ ਕੇ ਗਿਆ ਆ। They have already killed thousands of us and several thousands have been injured। ਕਹਿੰਦਾ ਉਹਨਾਂ ਨੇ ਆਪਣੇ ਹਜ਼ਾਰਾਂ ਹੀ ਜਿਹੜੇ ਸਾਥੀ ਸੀਗੇ ਆਪਣੇ ਰੈਬਿਟ ਸੀ, ਕਹਿੰਦਾ ਉਹਨਾਂ ਨੂੰ ਮਾਰਤਾ ਤੇ ਹਜ਼ਾਰਾਂ ਹੀ ਉਹਨਾਂ ਦੇ ਜਿਹੜੇ ਆ ਜ਼ਖਮੀ ਵੀ ਕਰਤਾ ਉਹਨਾਂ ਨੇ ਆਪਣੇ ਰੈਬਿਟਸ ਨੂੰ। We must take urgent steps to prevent more deaths। ਕਹਿੰਦਾ ਹੁਣ ਸਾਨੂੰ ਕੀ ਕਰਨਾ ਚਾਹੀਦਾ, ਜ਼ਰੂਰੀ ਜਿਹੜੇ ਕਦਮ ਆ ਉਹ ਚੁੱਕਣੇ ਚਾਹੀਦੇ ਆ ਤਾਂ ਕਿ ਜਿਹੜੀਆਂ ਹੋਰ ਮੌਤਾਂ ਆ ਹੈ ਨਾ ਉਹ ਪ੍ਰੀਵੈਂਟ ਨਾ ਮਤਲਬ ਉਹਨਾਂ ਨੂੰ ਰੋਕਿਆ ਜਾ ਸਕੇ। ਠੀਕ ਹੈ, ਕਹਿੰਦਾ ਜ਼ਰੂਰੀ ਕੋਈ ਨਾ ਕੋਈ ਕਦਮ ਚੁੱਕਣੇ ਪੈਣਗੇ ਤੇ ਜਾਂ ਜਿਹੜੇ ਨਾਲ ਆਪਾਂ ਉਹਨਾਂ ਨੂੰ ਰੋਕ ਸਕੀਏ। I want all of you to think of a way to save our race। ਤੇ ਕਹਿੰਦਾ ਮੈਂ ਚਾਹੁੰਦਾ ਆ ਵੀ ਤੁਸੀਂ ਸਾਰੇ ਸੋਚੋ, ਕੁਛ ਨਾ ਕੁਛ ਸੋਚੋ ਤਾਂ ਕਿ ਆਪਾਂ ਆਪਣੀ ਜਿਹੜੀ ਰੇਸ ਆ ਆਪਣੀ ਨਸਲ ਆ ਇਹਨਾਂ ਨੂੰ ਬਚਾ ਸਕੀਏ। ਵੀ ਕੋਈ ਰਸਤਾ ਲੱਭੋ, ਕੋਈ ਸੋਚੋ ਹੈ ਨਾ ਕਿਸ ਤਰ੍ਹਾਂ ਆਪਾਂ ਬਚਾ ਸਕਦੇ ਹਾਂ ਇਹਨਾਂ ਨੂੰ। ਹਾਂਜੀ, ਅੱਗੇ ਆ ਗਿਆ ਦ ਰੈਬਿਟ ਥੋਟ ਐਂਡ ਥੋਟ ਹੈ ਨਾ। ਹੁਣ ਜਿਹੜੇ ਰੈਬਿਟ ਸੀਗੇ ਸਾਰੇ ਉਹ ਸੋਚੀ ਗਏ ਵਿਚਾਰੇ, ਸਾਰੇ ਸੋਚਣ ਲੱਗ ਜਾਂਦੇ ਆ ਵੀ ਹੁਣ ਕੀ ਕਰਨਾ ਚਾਹੀਦਾ, ਸਾਰੇ ਸੋਚਣ ਲੱਗ ਜਾਂਦੇ ਆ। ਹਾਊ ਕੁਡ ਦੇ ਸਟੋਪ ਦ ਐਲੀਫੈਂਟਸ। ਪ੍ਰੋਬਲਮ ਹੁਣ ਇਹ ਸੀ ਵੀ ਜਿਹੜੇ ਹਾਥੀ ਆ ਇੰਨੇ ਵੱਡੇ ਵੱਡੇ ਹੈ ਨਾ, ਹੁਣ ਰੈਬਿਟ ਬੜੇ ਛੋਟੇ ਜਿਹੇ ਹੁੰਦੇ ਆ ਐਨੀਮਲ ਤੇ ਜਿਹੜੇ ਐਲੀਫੈਂਟਸ ਹੁੰਦੇ ਉਹ ਕਿੰਨੇ ਵੱਡੇ ਵੱਡੇ ਹੁੰਦੇ ਹਨ। ਉਹ ਸਾਰੇ ਸੋਚਦੇ ਆ, ਕਹਿੰਦੇ ਕਿ ਵੀ ਕਿਸ ਤਰੀਕੇ ਨਾਲ ਆਪਾਂ ਰੋਕੀਏ, ਹੁਣ ਕਿਵੇਂ ਰੋਕੀਏ ਹਾਥੀਆਂ ਨੂੰ। ਵਨ ਲਿਟਲ ਰੈਬਿਟ ਸਟੂਡ ਅਪ। ਫਿਰ ਇੱਕ ਨਾਲ ਚ ਛੋਟਾ ਜਿਹਾ ਰੈਬਿਟ ਖੜਾ ਹੋ ਗਿਆ, ਕਹਿੰਦਾ ਯੋਰ ਮੈਜੈਸਟੀ ਹੀ ਸੈਡ if you send me as your messenger to the king of the elephants I may be able to find a solution। ਕਹਿੰਦਾ ਕਿ ਮਹਾਰਾਜ ਜੇਕਰ ਤੁਸੀਂ ਮੈਨੂੰ ਨਾ ਆਪਣਾ ਇੱਕ ਮਤਲਬ ਸੰਦੇਸ਼ ਵਾਹਕ ਬਣਾ ਕੇ ਭੇਜੋਗੇ, ਮੈਸੇਂਜਰ ਬਣਾ ਕੇ ਭੇਜੋਗੇ ਤੁਸੀਂ ਮੈਨੂੰ ਜਿਹੜਾ ਰਾਜੇ ਆ ਉਹਨਾਂ ਦਾ ਹੈ ਨਾ, ਹਾਥੀਆਂ ਦਾ ਰਾਜਾ, ਕਹਿੰਦਾ ਉਹਨਾਂ ਕੋਲ ਭੇਜੋਗੇ ਤਾਂ ਮੈਂ ਜ਼ਰੂਰ ਕੋਈ ਨਾ ਕੋਈ ਹੱਲ ਲੱਭ ਲੂੰਗਾ ਹੈ ਨਾ। ਕਹਿੰਦਾ ਮੈਂ ਲੱਭ ਸਕਦਾ। who said these words is not mentioned। ਕਹਿੰਦਾ ਤੇ ਇਸ ਗੱਲ ਦਾ ਵੀ ਜ਼ਿਕਰ ਨਹੀਂ ਕਰਾਂਗਾ ਮੈਂ ਕਰਦਾ ਵੀ ਮੈਨੂੰ ਕਿਹਨੇ ਭੇਜਿਆ ਹੈ ਨਾ, ਵੀ ਇਸ ਚੀਜ਼ ਦਾ ਜ਼ਿਕਰ ਹੀ ਨਹੀਂ ਕਰਦਾ ਮੈਂ ਉੱਥੇ ਜਾ ਕੇ। ਤੇ ਕਹਿੰਦਾ ਮੈਨੂੰ ਭੇਜੋ ਉੱਥੇ। ਹਾਂਜੀ, the little rabbit hurried to the spot where elephants lived। ਹੁਣ ਜਿਹੜਾ ਛੋਟਾ ਜਿਹਾ ਖਰਗੋਸ਼ ਸੀਗਾ ਕਾਲੀ ਕਾਲੀ ਉੱਥੇ ਪਹੁੰਚ ਜਾਂਦਾ ਉਸ ਜਗ੍ਹਾ, ਸਪੌਟ ਮੀਨਸ ਜਗ੍ਹਾ ਜਿੱਥੇ ਕਿ ਐਲੀਫੈਂਟਸ ਜਿਹੜੇ ਉਹ ਰਹਿੰਦੇ ਹੁੰਦੇ ਆ ਹੈ ਨਾ। He saw a group of elephants returning from the lake। ਫਿਰ ਉਹਨੇ ਦੇਖਿਆ ਵੀ ਉੱਧਰਲੀ ਸਾਈਡ ਤੋਂ, ਲੇਕ ਵਾਲੀ ਸਾਈਡ ਤੋਂ, ਝੀਲ ਵਾਲੇ ਪਾਸਿਓਂ ਬਹੁਤ ਸਾਰੇ ਐਨੀਮਲ ਜਿਹੜੇ ਆ ਉਹ ਇੱਧਰ ਨੂੰ ਵਾਪਸ ਆ ਰਹੇ ਆ ਹੈ ਨਾ। ਰਾਈਟ ਇਨ ਦ ਮਿਡਲ ਵਾਜ਼ ਦ ਕਿੰਗ ਆਫ ਐਲੀਫੈਂਟਸ। ਅਤੇ ਉਹਨਾਂ ਦੇ ਵਿਚਕਾਰ ਹੀ ਉਹਨਾਂ ਦਾ ਰਾਜਾ ਵੀ ਸੀਗਾ, ਕਿੰਗ ਜਿਹੜਾ ਸੀਗਾ ਉਹਨਾਂ ਦਾ ਐਲੀਫੈਂਟਸ ਦਾ, ਉਹ ਵੀ ਉਹਨਾਂ ਦੇ ਨਾਲ ਹੀ ਸੀਗਾ। ਹਾਂਜੀ, ਟੂ ਗੈਟ ਨੀਅਰ ਹਿਮ ਵਾਜ਼ ਇੰਪੋਸੀਬਲ I will be crushed to death thought the rabbit। ਹੁਣ ਜਿਹੜਾ ਰੈਬਿਟ ਸੀਗਾ, ਖਰਗੋਸ਼ ਸੀ, ਉਹਨੇ ਸੋਚਿਆ ਕਹਿੰਦਾ ਤੇ ਇੰਨੇ ਵੱਡੇ ਵੱਡੇ ਹਾਥੀ ਆ ਰਹੇ ਆ ਉੱਧਰੋਂ, ਕਹਿੰਦਾ ਇਹਨਾਂ ਦੇ ਨੇੜੇ ਜਾਣਾ ਤਾਂ ਮੇਰੇ ਲਈ ਬੜਾ ਮੁਸ਼ਕਿਲ ਕੰਮ ਆ, ਮੇਰੇ ਲਈ ਤਾਂ ਅਸੰਭਵ ਗੱਲ ਇਹ, ਮੈਂ ਜਾ ਨਹੀਂ ਸਕਦਾ ਇਹਨਾਂ ਦੇ ਨੇੜੇ। ਜੇ ਚਲਾ ਗਿਆ ਤਾਂ ਇਹ ਤਾਂ ਮੈਨੂੰ ਕੀ ਕਰ ਸਕਦੇ ਆ, ਕੁਚਲ ਕੇ ਹੀ ਮਾਰ ਦੇਣਗੇ ਕਹਿੰਦਾ ਮੈਨੂੰ, ਤਾਂ ਮੈਂ ਇਹਨਾਂ ਦੇ ਨੇੜੇ ਤਾਂ ਜਾ ਨਹੀਂ ਸਕਦਾ। ਆ ਦੇਖੋ ਪਿਕਚਰ 'ਚ ਕਿੰਨੇ ਵੱਡੇ ਵੱਡੇ ਐਲੀਫੈਂਟਸ ਸਾਰੇ ਹੈ ਨਾ, ਆਪਣਾ ਝੁੰਡ ਜਿਹੜਾ ਉਹਨਾਂ ਦਾ ਐਲੀਫੈਂਟਸ ਦਾ ਉਹ ਆ ਰਿਹਾ। ਇਹਨੂੰ ਹੀ ਆਪਾਂ ਹਰਡ ਆਫ ਐਲੀਫੈਂਟਸ ਕਹਿ ਦਿੰਦੇ ਹਾਂ ਇੰਗਲਿਸ਼ 'ਚ ਹੈ ਨਾ, ਕਲੈਕਟਿਵ ਨਾਉਨ ਯੂਜ਼ ਕਰਕੇ। ਹਾਂਜੀ, ਫਿਰ ਉਸ ਤੋਂ ਬਾਅਦ ਉਹ ਕੀ ਕਰਦਾ, ਸੋ ਹੀ ਕਲਾਈਮਡ ਅਪ ਅ ਹਿਊਜ ਰੌਕ ਹੁੰਦੀ ਹੈ ਚਟਾਨ ਇੱਕ ਵੱਡੀ ਸਾਰੀ ਹੈ ਨਾ, ਹਿਊਜ ਵੱਡੀ ਅਤੇ ਰੌਕ ਚਟਾਨ, ਅਤੇ ਕਲਾਈਮਡ ਅਪ ਚੜ੍ਹ ਜਾਂਦਾ ਉੱਤੇ। ਅਤੇ ਫਿਰ ਉਹ ਕੀ ਕਰਦਾ, ਇੱਕ ਵੱਡੀ ਸਾਰੀ ਚਟਾਨ ਦੇ ਉੱਪਰ ਚੜ੍ਹ ਜਾਂਦਾ। ਫਿਰ ਬੋਲਦਾ, ਕਹਿੰਦਾ ਓ ਕਿੰਗ ਆਫ ਦ ਐਲੀਫੈਂਟਸ ਹੀ ਸ਼ਾਊਟਡ ਹੀਅਰ ਮੀ ਪਲੀਜ਼। ਕਹਿੰਦਾ ਹਾਥੀਆਂ ਦੇ ਰਾਜਾ ਉੱਚੀ ਉੱਚੀ ਬੋਲਦਾ, ਫਿਰ ਚਲਾਉਂਦਾ ਉਹ ਉੱਚੀ ਉੱਚੀ, ਕਹਿੰਦਾ ਕਿਰਪਾ ਕਰਕੇ ਮੇਰੀ ਗੱਲ ਸੁਣੋ। ਦ ਕਿੰਗ ਹਰਡ ਹਿਜ਼ ਵੋਇਸ ਐਂਡ ਟਰਨ ਟੂਵਰਡਸ ਹਿਮ। ਫਿਰ ਰਾਜੇ ਨੇ ਜਦੋਂ ਉਹਦੀ ਆਵਾਜ਼ ਸੁਣੀ ਅਤੇ ਉਹਨੇ ਉਹਦੇ ਵੱਲ ਨੂੰ ਮੁੜਿਆ, ਉਹ ਦੇਖਿਆ ਉਹ ਵੀ ਕਿੱਥੇ ਬੋਲਿਆ ਉਹ। ਹੂ ਆਰ ਯੂ ਹੀ ਆਸਕਡ। ਫਿਰ ਉਹਨੇ ਪੁੱਛਿਆ, ਕਹਿੰਦਾ ਕੌਣ ਹੈ ਤੂੰ। ਉਹਨੇ ਫਿਰ ਅੱਗੇ ਦੇਖੋ ਕੀ ਕਹਿੰਦਾ, ਕਹਿੰਦਾ ਆਈ ਐਮ ਅ ਮੈਸੇਂਜਰ ਰਿਪਲਾਈਡ ਦ ਰੈਬਿਟ। ਹੁਣ ਰਿਪਲਾਈਡ ਜਵਾਬ ਦਿੱਤਾ ਉਹਨੇ। ਖਰਗੋਸ਼ ਨੇ ਕਿਹਾ, ਕਹਿੰਦਾ ਮੈਂ ਇੱਕ ਸੁਨੇਹਾ ਲੈ ਕੇ ਆਇਆ, ਮੈਂ ਮੈਸੇਂਜਰ ਆ। ਅ ਮੈਸੇਂਜਰ ਫਰੋਮ ਹੂਮ। ਕਹਿੰਦਾ ਸੁਨੇਹੇ ਲੈ ਕੇ ਆਉਣ ਵਾਲਾ, ਕਹਿੰਦਾ ਕਿਹਨੇ ਭੇਜਿਆ ਹੈ ਨਾ, ਕਿਸ ਦਾ ਆ ਤੂੰ, ਕਿਹਦਾ ਸੁਨੇਹਾ ਲੈ ਕੇ ਆਇਆ। ਆਈ ਐਮ ਅ ਮੈਸੇਂਜਰ ਫਰੋਮ ਦ ਮਾਈਟੀ ਮੂਨ। ਕਹਿੰਦਾ ਮੈਂ ਤਾਂ ਸ਼ਕਤੀਸ਼ਾਲੀ ਜਿਹੜਾ ਚੰਦਰਮਾ ਆ ਨਾ, ਚੰਦ ਆ, ਕਹਿੰਦਾ ਮੈਂ ਉਹਦਾ ਮੈਸੇਂਜਰ ਆ, ਉਹਨੇ ਮੈਨੂੰ ਭੇਜਿਆ ਅਤੇ ਮੈਂ ਸੁਨੇਹਾ ਲੈ ਕੇ ਆਇਆ। ਅਤੇ ਉਸ ਤੋਂ ਬਾਅਦ ਦੇਖੋ ਫਿਰ ਰੀਅਲੀ ਵਾਟ ਡੂ ਯੂ ਵਾਂਟ। ਕਹਿੰਦਾ ਸੱਚੀ
तू की चाहता है फिर? इज़ देयर अ मैसेज फॉर मी फ्रॉम द मून, है ना। कहता कि मेरे वास्ते कोई चंद्रमा ने कोई सुनेहा भेजा आ? कहता यस यस योर मैजेस्टी। कहता हाँ हाँ महाराज, बट यू मस्ट नॉट बी एंग्री विद मी। कहता पर तुसी मेरे नाल नाराज़ ना होना। आई एम जस्ट अ मैसेंजर। कहता मैं तो बस सुनेहा लेके आने वाला हाँ। आई एम जस्ट डूइंग माई ड्यूटी, है ना। कहता मैं तो अपना सिर्फ फर्ज निभा रहा हाँ। वेरी वेल, अ मैसेंजर इज़ नैवर पनिश्ड फॉर वॉट ही सेज। कहता चल ठीक है, मैसेंजर ਜਿਹੜੇ ਹੁੰਦੇ ਆ ਕੋਈ ਸੁਨੇਹਾ ਲੈ ਕੇ ਆਉਣ ਵਾਲਾ ਹੁੰਦਾ ਆ, ਉਹਨੂੰ ਥੋੜੋ ਕਦੀ ਕੋਈ ਸਜ਼ਾ ਦਿੱਤੀ ਜਾਂਦੀ ਆ। ਪਨਿਸ਼ਡ ਸਜ਼ਾ ਦੇਣੀ, ਹੈ ਨਾ, ਵੀ ਕੋਈ ਸਜ਼ਾ ਨਹੀਂ ਮਿਲਦੀ। ਕਹਿੰਦਾ ਜੇ ਕੋਈ ਮੈਸੇਜ ਲੈ ਕੇ ਆਉਂਦਾ ਕਿਸੇ ਦਾ। ਸੇ ਵਟ ਯੂ ਹੈਵ ਕਮ ਟੂ ਸੇ। ਕਹਿੰਦਾ ਤੂੰ ਦੱਸ ਵੀ ਤੂੰ ਕਿਸ ਕੰਮ ਦੇ ਲਈ ਆਇਆ ਆ। ਆਈ ਸ਼ੈਲ ਨੋਟ ਹਾਰਮ ਯੂ। ਹਾਰਮ ਦਾ ਮਤਲਬ ਹੁੰਦਾ ਨੁਕਸਾਨ ਪਹੁੰਚਾਉਣਾ। ਕਹਿੰਦਾ ਮੈਂ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ। ਯੂ ਆਰ ਜਸਟ ਡੂਇੰਗ ਯੋਰ ਡਿਊਟੀ ਸੈਡ ਦ ਐਲੀਫੈਂਟ ਕਿੰਗ। ਤੇ ਜਿਹੜਾ ਐਲੀਫੈਂਟ ਦਾ ਕਿੰਗ ਹੁੰਦਾ, ਰਾਜਾ ਹੁੰਦਾ ਨਾ ਹਾਥੀਆਂ ਦਾ, ਉਹ ਕਹਿੰਦਾ ਵੀ ਤੂੰ ਤਾਂ ਸਿਰਫ ਆਪਣੀ ਡਿਊਟੀ ਕਰ ਰਿਹਾ ਆ, ਹੈ ਨਾ, ਵੀ ਅਸੀਂ ਥੋੜ੍ਹਾ ਤੈਨੂੰ ਨੁਕਸਾਨ ਪਹੁੰਚਾਵਾਂਗੇ। ਕਹਿੰਦਾ ਸਰ ਦ ਮੂਨ ਸੇਜ਼ ਸੈਡ ਦ ਲਿਟਲ ਰੈਬਿਟ, ਯੂ ਦ ਕਿੰਗ ਆਫ ਐਲੀਫੈਂਟਸ ਹੈਵ ਬਰੋਟ ਯੂਰ ਹਰਡ ਟੂ ਮਾਈ ਹੋਲੀ ਲੇਕ। ਕਹਿੰਦਾ ਕਿ ਸਰ ਸ਼੍ਰੀਮਾਨ ਜੀ, ਕਹਿੰਦਾ ਚੰਦਰਮਾ ਨੇ ਕਿਹਾ ਸੀ, ਉਹ ਜਿਹੜਾ ਖਰਗੋਸ਼ ਆ ਉਹਨੂੰ ਦੱਸ ਰਿਹਾ। ਕਹਿੰਦਾ ਵੀ ਤੁਸੀਂ ਜਿਹੜੇ ਕਿ ਤੁਸੀਂ ਹਾਥੀਆਂ ਦੇ ਰਾਜਾ ਆ, ਕਹਿੰਦਾ ਤੁਸੀਂ ਕੀ ਕੀਤਾ ਵੀ ਤੁਸੀਂ ਆਪਣਾ ਹਾਥੀਆਂ ਦਾ ਝੁੰਡ, ਵੀ ਚੰਦਰਮਾ ਨੇ ਮੈਨੂੰ ਇਹ ਗੱਲ ਕਹੀ ਆ ਵੀ ਤੁਸੀਂ ਉਹਦੇ ਧਾਰਮਿਕ ਜਿਹੜੀ ਉਹਦੀ ਝੀਲ ਸੀ ਉੱਥੇ ਲੈ ਆਏ, ਸਾਰਾ ਝੁੰਡ ਹੀ ਹਾਥੀਆਂ ਦਾ ਉੱਥੇ ਲੈ ਆਏ। ਹਾਂਜੀ, ਫਿਰ ਉਹ ਕੀ ਕਹਿੰਦਾ ਉਹਨੂੰ, ਕਹਿੰਦਾ ਕਿ ਯੂ ਦ ਕਿੰਗ ਆਫ ਐਲੀਫੈਂਟਸ ਹੈਵ ਬਰੋਟ ਯੂਰ ਹਰਡ ਟੂ ਮਾਈ ਹੋਲੀ ਲੇਕ। ਕਹਿੰਦਾ ਚੰਦਰਮਾ ਨੇ ਇਹ ਕਿਹਾ ਆ ਵੀ ਤੁਸੀਂ ਰਾਜੇ ਆ, ਹੈ ਨਾ, ਐਲੀਫੈਂਟਸ ਦੇ, ਅਤੇ ਤੁਸੀਂ ਆਪਣੇ ਸਾਰੇ ਹਾਥੀਆਂ ਦੇ ਝੁੰਡ ਨੂੰ ਮੇਰੀ ਧਾਰਮਿਕ ਜਿਹੜੀ ਝੀਲ ਸੀ ਉੱਥੇ ਲੈ ਆਏ। ਯੂ ਐਂਡ ਯੂਰ ਹਰਡ ਹੈਵ ਸੋਇਲਡ ਇਟਸ ਵਾਟਰ। ਅਤੇ ਜਿਹੜੇ ਤੁਹਾਡੇ ਹਾਥੀ ਸੀ ਅਤੇ ਤੁਸੀਂ ਸਾਰੇ ਮੇਰੇ ਜਿਹੜਾ ਪਾਣੀ ਸੀ ਉਹਨੂੰ ਗੰਦਾ ਕਰ ਦਿੱਤਾ। ਯੂ ਐਂਡ ਯੂਰ ਹਰਡ ਹੈਵ ਕਿਲਡ ਥਾਊਜ਼ੈਂਡਸ ਆਫ ਰੈਬਿਟਸ ਔਨ ਯੂਰ ਵੇ ਟੂ ਦ ਲੇਕ। ਅਤੇ ਤੁਸੀਂ ਅਤੇ ਤੁਹਾਡੇ ਝੁੰਡ ਨੇ ਹਜ਼ਾਰਾਂ ਹੀ ਖਰਗੋਸ਼ ਜਿਹੜੇ ਆ ਝੀਲ ਦੇ ਰਸਤੇ 'ਚ ਜਿਹੜੇ ਸੀ ਉਹਨਾਂ ਨੂੰ ਮਾਰ ਦਿੱਤਾ। ਯੂ ਮਸਟ ਨੋ ਦੈਟ ਰੈਬਿਟਸ ਆਰ ਅੰਡਰ ਮਾਈ ਸਪੈਸ਼ਲ ਪ੍ਰੋਟੈਕਸ਼ਨ। ਕਹਿੰਦਾ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜਿਹੜੇ ਸਾਰੇ ਖਰਗੋਸ਼ ਸੀ ਉਹ ਖਾਸ ਤੌਰ 'ਤੇ ਮੇਰੀ ਸੁਰੱਖਿਆ ਦੇ ਅੰਡਰ ਸੀਗੇ, ਵੀ ਮੈਂ ਉਹਨਾਂ ਦੀ ਸੁਰੱਖਿਆ ਕਰ ਰਿਹਾ ਸੀਗਾ। ਅਤੇ ਐਵਰੀਵਨ ਨੋਜ਼ ਦੈਟ ਦ ਕਿੰਗ ਆਫ ਦ ਰੈਬਿਟਸ ਲਿਵਸ ਵਿਦ ਮੀ। ਕਹਿੰਦਾ ਅਤੇ ਇਹ ਵੀ ਗੱਲ ਹਰੇਕ ਹੀ ਜਾਣਦਾ ਆ ਕਿ ਜਿਹੜਾ ਰੈਬਿਟਸ ਦਾ ਰਾਜਾ ਆ, ਹੈ ਨਾ, ਖਰਗੋਸ਼ਾਂ ਦਾ ਰਾਜਾ ਆ, ਉਹ ਵੀ ਮੇਰੇ ਨਾਲ ਹੀ ਰਹਿੰਦਾ ਆ। ਠੀਕ ਹੈ। ਆਈ ਆਸਕ ਯੂ ਨੋਟ ਟੂ ਕਿਲ ਐਨੀ ਮੋਰ ਰੈਬਿਟਸ। ਅਤੇ ਕਹਿੰਦਾ ਮੈਂ ਤੁਹਾਨੂੰ ਇਹੀ ਗੱਲ ਕਹਿਣੀ ਸੀ ਵੀ ਤੁਸੀਂ ਹੋਰ ਜਿਹੜੇ ਖਰਗੋਸ਼ ਆ ਉਹਨਾਂ ਨੂੰ ਨਾ ਮਾਰੋ। ਇਫ ਯੂ ਡੂ ਨੋਟ ਐਗਰੀ ਸਮਥਿੰਗ ਬੈਡ ਵਿਲ ਹੈਪਨ ਟੂ ਯੂ ਐਂਡ ਯੂਰ ਹਰਡ। ਅਤੇ ਜੇਕਰ ਤੁਸੀਂ ਅਜੇ ਵੀ ਸਹਿਮਤ ਨਹੀਂ ਹੈਗੇ ਇਸ ਗੱਲ ਨਾਲ, ਤਾਂ ਕੁਛ ਬਹੁਤ ਬੁਰਾ ਹੋ ਸਕਦਾ ਤੁਹਾਡੇ ਨਾਲ ਅਤੇ ਤੁਹਾਡੇ ਝੁੰਡ ਦੇ ਨਾਲ। ਅੱਗੇ ਦੇਖੋ ਹੁਣ ਕੀ ਹੁੰਦਾ। ਦ ਕਿੰਗ ਆਫ ਦ ਐਲੀਫੈਂਟਸ ਵਾਜ਼ ਸ਼ੋਕਡ। ਅਤੇ ਉਹਦੀ ਗੱਲ ਸੁਣ ਕੇ ਜਿਹੜਾ ਹਾਥੀਆਂ ਦਾ ਰਾਜਾ ਸੀ ਉਹਨੂੰ ਬੜਾ ਸਦਮਾ ਲੱਗਾ। ਸ਼ੋਕਡ, ਸਦਮਾ ਲੱਗਣਾ। ਹੀ ਲੁਕਡ ਐਟ ਦ ਲਿਟਲ ਰੈਬਿਟ। ਲੁਕਡ ਮੀਨਸ ਦੇਖਿਆ, ਉਹਨੇ ਛੋਟੇ ਜਿਹੇ ਰੈਬਿਟ ਵੱਲ ਦੇਖਿਆ। ਯੂ ਆਰ ਰਾਈਟ ਹੀ ਸੈਡ। ਫਿਰ ਉਹਨੇ ਕਿਹਾ, ਕਹਿੰਦਾ ਤੂੰ ਠੀਕ ਕਹਿ ਰਿਹਾ, ਵੀ ਮੇ ਹੈਵ ਕਿਲਡ ਮੈਨੀ ਰੈਬਿਟਸ ਔਨ ਆਰ ਵੇ ਟੂ ਦ ਲੇਕ। ਕਹਿੰਦਾ ਹਾਂ, ਅਸੀਂ ਨਾ ਬਹੁਤ ਸਾਰੇ ਖਰਗੋਸ਼ ਜਿਹੜੇ ਸਾਡੇ ਰਸਤੇ 'ਚ ਆਉਂਦੇ ਸੀ, ਜਦੋਂ ਝੀਲ ਨੂੰ ਜਾਂਦੇ ਸੀ ਅਸੀਂ, ਤਾਂ ਅਸੀਂ ਬਹੁਤ ਸਾਰਿਆਂ ਨੂੰ ਮਾਰ ਦਿੱਤਾ। ਹਾਂਜੀ, ਫਿਰ ਉਹ ਕੀ ਕਹਿੰਦਾ ਆਈ ਸ਼ੈਲ ਸੀ ਦੈਟ, ਵੀ ਮੈਂ ਹੁਣ ਦੇਖਾਂਗਾ, ਯੂ ਡੂ ਨਾਟ ਸਫਰ ਐਨੀ ਮੋਰ, ਕਿ ਹੁਣ ਤੁਹਾਨੂੰ ਅੱਗੇ ਹੋਰ ਸਹਿਣ ਕਰਨਾ ਨਹੀਂ ਪੈਂਦਾ। ਮਤਲਬ ਇਹ ਗੱਲ ਹੁਣ ਤੁਹਾਨੂੰ ਹੋਰ ਨਹੀਂ ਸਹਿਣ ਕਰਨੀ ਪਏਗੀ। ਆਈ ਸ਼ੈਲ ਰਿਕੁਐਸਟ ਦ ਮੂਨ ਟੂ ਫੋਰਗਿਵ ਮੀ ਫੋਰ ਮਾਈ ਸਿੰਸ ਹੁੰਦੇ ਪਾਪ। ਅਤੇ ਕਹਿੰਦਾ ਮੈਂ ਮੂਨ ਨੂੰ, ਚੰਦਰਮਾ ਨੂੰ ਇਹ ਬੇਨਤੀ ਵੀ ਕਰਾਂਗਾ ਵੀ ਉਹ ਮੈਨੂੰ ਮਾफ़ ਕਰ ਦੇਣ, ਜਿਹੜੇ ਮੈਂ ਪਾਪ ਕੀਤੇ ਉਹਨਾਂ ਦੇ ਲਈ ਮੈਨੂੰ ਮਾफ़ ਕਰ ਦੇਣ। ਪਲੀਜ਼ ਟੈਲ ਮੀ ਵੋਟ ਆਈ ਸ਼ੁੱਡ ਡੂ। ਕਹਿੰਦਾ ਕਿਰਪਾ ਕਰਕੇ ਮੈਨੂੰ ਦੱਸੋ ਵੀ ਹੁਣ ਮੈਨੂੰ ਕੀ ਕਰਨਾ ਚਾਹੀਦਾ ਆ। ਠੀਕ ਹੈ। ਹੁਣ ਜਦੋਂ ਸਾਰੀ ਗੱਲ ਉਹਨੇ ਸੁਣ ਲਈ, ਐਲੀਫੈਂਟਸ ਦੇ ਰਾਜੇ ਨੇ ਸੁਣ ਲਈ, ਅਤੇ ਉਹ ਖਰਗੋਸ਼ ਨੂੰ ਕਹਿ ਰਿਹਾ, ਕਹਿੰਦਾ ਹੁਣ ਤੂੰ ਦੱਸ ਵੀ ਮੈਨੂੰ ਕੀ ਕਰਨਾ ਚਾਹੀਦਾ, ਹੈ ਨਾ, ਮੈਂ ਮਾफ़ੀ ਮੰਗਣਾ ਚਾਹੁੰਦਾ ਆ ਵੀ ਅੱਗੇ ਤੋਂ ਨਹੀਂ ਇੱਦਾਂ ਹੁੰਦਾ। ਹਾਂਜੀ, ਫਿਰ ਉਹ ਕੀ ਕਹਿੰਦਾ, ਕਮ ਵਿਦ ਮੀ ਅਲੋਨ। ਅਲੋਨ ਹੁੰਦਾ ਇਕੱਲਾ। ਕਹਿੰਦਾ ਫਿਰ ਠੀਕ ਆ, ਤੂੰ ਇਕੱਲੇ ਹੀ ਮੇਰੇ ਨਾਲ ਆ ਜਾ। ਰਿਪਲਾਈਡ ਦ ਰੈਬਿਟ। ਜਿਹੜਾ ਰੈਬਿਟ ਸੀ, ਖਰਗੋਸ਼ ਸੀ, ਉਹਨੇ ਉਹਨੂੰ ਜਵਾਬ ਦਿੱਤਾ, ਕਮ ਆਈ ਸ਼ੈਲ ਟੇਕ ਯੂ ਟੂ ਦ ਮੂਨ। ਕਹਿੰਦਾ ਆ ਜਾਓ, ਮੈਂ ਤੁਹਾਨੂੰ ਮੂਨ ਦੇ ਕੋਲ ਲੈ ਕੇ ਜਾਵਾਂਗਾ।
द लिटल रैबिट टुक द ह्यूज एलीफेंट टू द लेक। तो छोटा जिहा खरगोश जिहड़ा सी ना वो इन्ने बड़े हाथी नूं लैके लेक ते चला जांदा, झील ते चला जांदा। देयर दे सॉ दैट द मून रिफ्लैक्टेड इन द स्टिल वाटर। तो इत्थे आके फिर उन्हें देखिया भी जिहड़ा चंद्रमे दी दा ओह हुंदा ना झलक हुंदी, रिफ्लैक्शन हुंदी आ, ओह खड़े पानी दे विच दिखाई दे रही सी। मतलब झील दे विच जदों आपां रात हुंदी देखदे नी विच चंद्रमा दिखाई देण लग जांदा है ना पानी च, इसे तरीके नाल मून जिहड़ा सीगा उस खड़े पानी दे विच झील दे च दिखाई दे रिहा सी। कहंदा देयर योर मैजेस्टी मीट द मून सैट द लिटल रैबिट। हुण छोटे ਜਿਹੇ रैबिट ने कहा कहंदा महाराज आ देखो मिलो हुण इन्हां नूं, है ना। कहंदा लो चंद्रमा जी नूं मिलो। लैट मी वर्शिप द मून सैट द एलीफेंट। फिर एलीफेंट ने की किया, कहंदा पहला मैनू भी पूजा तो कर लेंदे चंद्रमा दी, ठीक है। एंड डिप्ड हिज ट्रंक इनटू द वाटर। ते उन्हें अपनी जिहड़ी ट्रंक सीगी उहदी सुंड सीगी, है ना, उन्हें उहनूं पानी दे विच डुबोता, अपनी सुंड नूं पानी च डुबोया। एट वंस द वाटर गॉट डिस्टर्ब्ड एंड द मून इन द वाटर मूव्ड टू एंड फ्रो। ते जदों ही उन्हें पानी दे विच मतलब अपनी सुंड पाई, है ना, ते उहदे नाल की हो गया, पानी डिस्टर्ब मीनस डिस्टर्ब करना। वैसे तो डिस्टर्ब की हुंदा, परेशान करना हुंदा किसी नूं, पर इत्थे की होया जदों उन्हें अपनी सुंड पानी च पाई ते उहदे नाल पानी हिल्लण जिहा लग गया, है ना। ते मून जिहड़ा सी उह च पानी दे विच ते ओह भी मतलब एक जगह तो कदी दूजी जगह चला जांदा, फिर वापस अपनी जगह ते आ जांदा, है ना। ओह भी हिल्लण लग जांदा जद पानी दे नाल ही। टू एंड फ्रो दा मतलब जरा मैं तुहानूं पिछे दस्सिया ही सी, है ना, भी एक तो दूजी जगह जाना ते वापस फिर उत्थे ही आ जाना, ठीक है। फिर देखते हैं की होया। द रैबिट सैड नाउ द मून इज़ एंग्रीयर दैन एवर। हुण खरगोश की कहंदा, कहंदा हुण तां जिहड़ा चंद्रमा है ना यह हम पहलां नालों भी ज़्यादा गुस्से च आ गया। वाई आस्क द एलीफेंट किंग वॉट डिड आई डू। कहंदा क्यों, वो पुछदा उहनूं एलीफेंट दा राजा, कहंदा की हो गया हुण मैं की करता। यू टच्ड द होली वाटर्स ऑफ द लेक रिप्लाइड द रैबिट। फिर खरगोश ने उन्होंने जवाब दिता, कहंदा तू इस झील दे जिहड़ा पवित्र मतलब पानी सीगा, है ना, धार्मिक जिहड़ा इत्थों दी झील दा पानी सी, कहंदा तू तां उहनूं छू लिया। द एलीफेंट बोर्ड हिज हैड। ते इह गल सुण के हाथी ने अपना सिर उहदे अगे झुका दिता। प्लीज़ आस्क द मून टू फॉरगिव मी। कहंदा हुण तू इन्हां नूं कह, मून नूं कह भी इह मैनूं माफ़ कर देवे। नैवर अगेन विल टच द होली वाटर्स ऑफ दिस लेक। कहंदा इस तो बाद दोबारा कभी भी असीं इस जिहड़ा पानी है इत्थों दा, है ना, झील दा, कहंदा असीं उहनूं कदी नहीं टच करदे, दोबारा कदी नहीं छूंदे आके इस पानी नूं। नैवर अगेन वी विल हार्म द रैबिट्स हू द मून लव्स सो मच। कहंदा इस तो बाद असीं कदी भी खरगोशां नूं भी नहीं नुकसान पहुँचावांगे जिन्हां नूं जिहड़ा मून आ वो इन्ना प्यार करदा आ। एंड द किंग एंड हिज हर्ड वेंट अवे। ते इह गल कह के राजा ते जिहड़ा उहदा झुंड सी हाथियां दा वो उत्थों चले जांदे आ। सून देयर वॉज रेन एंड द एलीफेंट्स लिव्ड हैप्पीली। उस तो बाद छेती ही बारिश हो गई ते जिहड़े हाथी सी दोबारा तो खुशी खुशी रहन लगे। इट डिड नॉट अकर टू हिम एवर दैट अ लिटल रैबिट हैड फूल्ड और बी फूल्ड। ते यह गल एक प्रश्न नहीं रह गई, ये कभी दोबारा होया ही नहीं। उस तो बाद अगर का मतलब हुंदा भी वापरना, तो यह गल उस तो बाद कभी भी नहीं हुई भी पता लग्या किसी नूं भी जिहड़ा छोटा जिहा रैबिट सी भी उहने उन्हां नूं किसी तरीके नाल मूर्ख बनाया है, ठीक है, जां भी मूर्ख बनाया उन्हां नूं जां उन्हां नूं धोखा दिता, इस गल का भी कुछ भी नहीं पता लग्या उस तो बाद। तो सारी प्रॉब्लम सॉल्व हो गई, ठीक है। बहुत वधिया स्टोरी सी है ना बेटा। हाँ जी, हुण आपां चैप्टर रीड कर लिया तो ये विचों डिफिकल्ट वर्ड्स लभ लेना, मैं नाल दस्से भी आ, उन्होंने नोट डाउन कर लो नोटबुक के उपर, तो फिर उन्होंने याद करो, ठीक है। तो फिर बाकी आप एक्सरसाइज करांगे नैक्सट वीडियो च। तो जे तुसी पिछले चैप्टर्स दी वीडियोज़ अजे चंगी तरह नहीं देखिया, पहला उन्होंने ध्यान नाल देख लो, उन्हां च भी एक्सरसाइज भी दित्तियां होईयां, वो सारी एक्सरसाइज ध्यान नाल देखो भी उन्होंने किस तरीके दे नाल तुसी करना, ठीक है। जो कंप्लीट हो गया तो उस तो बाद तुसी आ थर्ड चैप्टर जिहड़ा उन्होंने रीड करना, ठीक है। ओके बेटा, थैंक यू सो मच, गॉड ब्लैस यू।